ਜਿਹੜੇ ਲੋਕ ਕਬੱਡੀ ਨੂੰ ਮਾਂ ਖੇਡ ਕਬੱਡੀ ਕਹਿੰਦੇ ਆ, ਮੈਂ ਕਹਿੰਦਾ ਸਭ ਤੋਂ ਵੱਧ ਦੁਸ਼ਮਣ ਉਹ ਆ, ਉਹ ਵੀ ਸਭ ਤੋਂ ਜ਼ਿਆਦਾ ਆਪਣੀ ਮਾਂ ਦਾ ਝਾਟਾ ਖਿਲਾਰਦੇ ਆ। ਜਿਹਦਾ ਇੱਥੇ ਕੰਮ ਚੱਲ ਪੈਂਦਾ, ਜਿਹਦੀ ਦੁਕਾਨਦਾਰੀ ਚੱਲ ਪੈਂਦੀ ਆ, ਉਹ ਆਪਣਾ ਖੇਡ ਕਲੱਬ ਬਣਾ ਲੈਂਦਾ। ਇੱਥੇ ਆਸਟ੍ਰੇਲੀਅਨ ਸਿੱਖ ਖੇਡਾਂ ਉੱਤੇ ਪੰਜਾਬ ਤੋਂ ਆਉਂਦੇ ਖਿਡਾਰੀ ਬੈਨ ਹੋਣ, ਲੋਕਲ ਖਿਡਾਰੀ ਖੇਡਣ। ਤੀਜੇ ਪਾਸੇ ਇਹ ਗੱਲ ਚੱਲਦੀ ਹੈ ਵੀ ਇਹਨਾਂ ਤੋਂ ਨਿਕਲਦਾ ਹੀ ਕੁਛ ਨਹੀਂ, ਵੀ ਜਿੱਥੇ ਕਬੱਡੀ ਹੁੰਦੀ ਉੱਥੇ ਕੁੱਤ ਕਲੇਸ਼ ਹੁੰਦਾ ਹੀ ਹੈਗਾ। ਸਾਰੀ ਲੜਾਈ ਹਉਮੈ ਦੀ ਆ ਤੇ ਸਾਰੇ ਕਹੀ ਜਾਣਗੇ ਕਿ ਅਸੀਂ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਹੇ ਹਾਂ। ਕਿ ਗੱਲ ਆਪਾਂ ਸਾਰੇ ਸ਼ਹੇ ਦੀ ਕਰਦੇ ਹਾਂ, ਪੈਸੇ ਦੀ ਕੋਈ ਨਹੀਂ ਕਰਦਾ। ਕਬੱਡੀ ਦਾ ਜਿਵੇਂ ਕਹਿ ਦਈਏ ਮੱਕਾ ਕਹਿ ਲਈਏ, ਕਬੱਡੀ ਦੀ ਜਨਮ ਭੂਮੀ ਕਹਿ ਲਈਏ, ਉਹ ਪੰਜਾਬ ਦੀ ਧਰਤੀ ਆ। ਇਹ ਹੁਣ 36ਵੀਆਂ ਖੇਡਾਂ ਹੋਣਗੀਆਂ, ਜੋ 46ਵੀਆਂ ਹੋਊਗੀ, ਉਦੋਂ ਵੀ ਇਸੇ ਤਰੀਕੇ ਦਾ ਕੁੱਤ ਕਲੇਸ਼ ਹੀ ਜਿਹੜਾ ਕਿ ਚੱਲੂਗਾ। ਤੇ ਜਿਹੜਾ ਬਾਈ ਜੀ ਵਾਲਾ ਜਿਹੜਾ ਕਲਚਰ ਆ, ਇਹ ਜਦੋਂ ਜਾਂ ਭਾਜੀ ਵਾਲੇ ਕਲਚਰ ਤੋਂ ਕਬੱਡੀ ਮੁਕਤ ਹੋਊਗੀ, ਕਬੱਡੀ ਦਾ ਉਦੋਂ ਹੀ ਕੁਛ ਨਾ ਕੁਛ ਸਬਰ ਸਕਦਾ। ਨਹੀਂ ਤਾਂ ਇਹ ਰੌਲੇ, ਇਹ ਮੌਤਾਂ, ਇਹ ਗੈਂਗਸਟਰ, ਇਹ ਜਿਹੜਾ ਕਹਿੰਦੇ ਆਪਸੀ ਲੜਾਈਆਂ, ਇਹ ਇਸੇ ਤਰੀਕੇ ਨਾਲ ਹੀ ਚੱਲਦੀਆਂ ਰਹਿਣਗੀਆਂ। ਆਸਟ੍ਰੇਲੀਆ ਦੇ ਵਿੱਚ 36ਵੀਆਂ ਸਿੱਖ ਖੇਡਾਂ ਮੁਕੰਮਲ ਹੋ ਕੇ ਹਟੀਆਂ ਨੇ। ਇਸ ਮੌਕੇ ਇੱਕ ਗੱਲ ਫੇਰ ਮੁੜ ਕੇ ਸਾਡੇ ਸਾਹਮਣੇ ਚੱਲੀ ਆ, ਉਹ ਗੱਲ ਕਬੱਡੀ ਦੀ ਹੈ ਕਿ ਕਬੱਡੀ ਦੇ ਜਿੱਥੇ ਵੀ ਮੈਚ ਹੋਣ, ਰੌਲਾ ਰੱਪਾ ਪੈ ਹੀ ਜਾਂਦਾ ਗਾ। ਇਹ ਰੌਲਾ ਰੱਪਾ ਜਿਹੜਾ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਬਹਿਸ ਛੇੜ ਦਿੰਦਾ, ਅਤੇ ਉਹ ਬਹਿਸ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਨੁਕਤੇ ਪੇਸ਼ ਕਰਦੇ ਨੇ, ਆਪਣੀ ਗੱਲਬਾਤ ਰੱਖਦੇ ਨੇ, ਅਤੇ ਉਹ ਗੱਲਬਾਤ ਫਿਰ ਇਸੇ ਰੂਪ ਦੇ ਵਿੱਚ ਹੀ ਅੱਗੇ ਨਿਕਲ ਜਾਂਦੀ ਹੈ। ਮੈਂ ਕਿਹਾ ਵੀ ਆਪਾਂ ਵੀ ਇਹਦੇ ਵਿੱਚ ਗੱਲਬਾਤ ਰੱਖ ਦਈਏ ਕਬੱਡੀ ਦੇ ਰੌਲੇ ਦੇ ਵਿੱਚ, ਕਿ ਜਦੋਂ ਇਸ ਵਾਰ ਜਿਹੜੀਆਂ ਐਡਲੇਡ ਦੇ ਵਿੱਚ ਆਸਟ੍ਰੇਲੀਅਨ ਸਿੱਖ ਖੇਡਾਂ ਹੋਈਆਂ, ਤਾਂ ਉਹਦੇ ਵਿੱਚ ਕਬੱਡੀ ਦੇ ਵਿੱਚ ਖਿਡਾਰੀਆਂ ਨੂੰ ਲੈ ਕੇ ਬੜਾ ਰੌਲਾ ਪਿਆ, ਕਲੱਬਾਂ ਦਾ ਆਪਸ ਦੇ ਵਿੱਚ ਬੜਾ ਰੌਲਾ ਪਿਆ। ਜਿਹੜੇ ਪੰਜਾਬ ਤੋਂ ਖਿਡਾਰੀ ਆਏ ਸੀ, ਉਹਨਾਂ ਨੂੰ ਲੈ ਕੇ ਬੜੀ ਚੁੰਝ ਚਰਚਾ ਚੱਲੀ ਕਿ ਉਹ ਪੈਸਿਆਂ ਦੇ ਲਈ ਖੇਡਦੇ ਆ। ਖਿਡਾਰੀਆਂ ਨੇ ਉੱਥੇ ਆਪਣਾ ਪੱਖ ਰੱਖਿਆ, ਉਹਨਾਂ ਨੇ ਗਰਾਊਂਡ ਦੇ ਵਿੱਚ ਚੈਲੰਜ ਕੀਤਾ ਵੀ ਭਾਈ ਆ ਕੇ ਪ੍ਰੂਵ ਕਰੋ। ਇਹ ਸਾਰੀ ਗੱਲਬਾਤ ਦੇ ਵਿੱਚ ਅਸੀਂ ਗੱਲਬਾਤ ਇਹ ਕਰ ਰਹੇ ਹਾਂ ਕਿ ਜੀ ਇੱਥੇ ਆਸਟ੍ਰੇਲੀਅਨ ਸਿੱਖ ਖੇਡਾਂ ਉੱਤੇ ਪੰਜਾਬ ਤੋਂ ਆਉਂਦੇ ਖਿਡਾਰੀ ਬੈਨ ਹੋਣ, ਲੋਕਲ ਖਿਡਾਰੀ ਖੇਡਣ। ਦੂਜੇ ਪਾਸੇ ਇਹ ਗੱਲ ਚੱਲ ਰਹੀ ਹੈ ਵੀ ਲੋਕਲ ਖਿਡਾਰੀ ਖੇਡਣ ਤੇ ਸ਼ੋਅ ਮੈਚ ਤੁਸੀਂ ਕਰਵਾ ਲਿਆ ਜਾਵੇ। ਤੀਜੇ ਪਾਸੇ ਇਹ ਗੱਲ ਚੱਲਦੀ ਹੈ ਵੀ ਇਹਨਾਂ ਤੋਂ ਨਿਕਲਦਾ ਹੀ ਕੁਛ ਨਹੀਂ, ਵੀ ਜਿੱਥੇ ਕਬੱਡੀ ਹੁੰਦੀ ਹੈ ਉੱਥੇ ਕੁੱਤ ਕਲੇਸ਼ ਹੁੰਦਾ ਹੀ ਹੈਗਾ। ਇਹਦੇ ਵਿੱਚ ਕੀ ਹੈ ਕਿ ਗੱਲ ਆਪਾਂ ਸਾਰੇ ਸ਼ਹੇ ਦੀ ਕਰ ਰਹੇ ਹਾਂ, ਪਹੇ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਹੈਗਾ। ਕਿ ਇਹਦੀ ਜਿਹੜੀ ਹੈਗੀ ਹੈ ਕਿ ਇਹ ਸਾਰੇ ਵਰਤਾਰੇ ਦੇ ਵਿੱਚ ਇਹਦੀ ਜੜ ਇਹ ਹੈ ਕਿ ਜਿਹੜਾ ਕਹਿ ਸਕਦੇ ਹਾਂ ਕਿ ਇਹਦਾ ਕੋਈ ਵਿਧੀ ਵਿਧਾਨ ਨਹੀਂ ਹੈਗਾ। ਜਿਹੜੇ ਲੋਕ ਕਬੱਡੀ ਨੂੰ ਮਾਂ ਖੇਡ ਕਬੱਡੀ ਕਹਿੰਦੇ ਆ, ਮੈਂ ਕਹਿੰਦਾ ਸਭ ਤੋਂ ਵੱਧ ਦੁਸ਼ਮਣ ਉਹ ਆ, ਉਹ ਵੀ ਸਭ ਤੋਂ ਜ਼ਿਆਦਾ ਆਪਣੀ ਮਾਂ ਦਾ ਝਾਟਾ ਖਿਲਾਰਦੇ ਆ। ਹੁਣ ਗੱਲ ਕੀ ਹੈਗੀ ਕਿ ਗੱਲ ਇਹ ਹੈ ਵੀ ਜਿਹਦਾ ਇੱਥੇ ਕੰਮ ਚੱਲ ਪੈਂਦਾ, ਜਿਹਦੀ ਦੁਕਾਨਦਾਰੀ ਚੱਲ ਪੈਂਦੀ ਆ, ਉਹ ਆਪਣਾ ਖੇਡ ਕਲੱਬ ਬਣਾ ਲੈਂਦਾ। ਖੇਡ ਕਲੱਬ ਬਣਾ ਕੇ ਫਿਰ ਉਹ 4 ਖਿਡਾਰੀ ਸਾਦਾ, ਫਿਰ ਉਹ ਬਾਈ ਜੀ ਕਰਦੇ ਆ, ਇੱਥੋਂ ਚੱਲਦਾ। ਫਿਰ ਉਹ ਇੱਕ ਇੱਥੋਂ ਦੀ ਫੈਡਰੇਸ਼ਨ ਹੁੰਦੀ ਆ, ਫਿਰ ਉਹ ਫੈਡਰੇਸ਼ਨ ਨਾਲ ਆਪਣੀ ਹਉਮੈ ਦੀ ਲੜਾਈ ਹੋ ਜਾਂਦੀ, ਉਹ ਫਿਰ ਆਪਦੀ ਦੂਜੀ ਫੈਡਰੇਸ਼ਨ ਬਣਾ ਲੈਂਦਾ। ਇਹ ਸਾਰਾ ਇੱਦਾਂ ਹੀ ਵਿਧੀ ਵਿਧਾਨ ਚੱਲ ਰਿਹਾ। ਕੀ ਕੈਨੇਡਾ ਦੀ ਗੱਲ ਹੋਵੇ, ਕੀ ਆਸਟ੍ਰੇਲੀਆ ਦੀ ਗੱਲ ਹੋਵੇ, ਕੀ ਨਿਊਜ਼ੀਲੈਂਡ ਦੀ ਗੱਲ ਹੋਵੇ, ਕੀ ਯੂਰਪ ਦੀ ਗੱਲ ਹੋਵੇ, ਕੀ ਪੰਜਾਬ ਦੀ ਗੱਲ ਹੋਵੇ, ਸਾਰੀ ਲੜਾਈ ਹਉਮੈ ਦੀ ਆ। ਅਤੇ ਸਾਰੇ ਕਹੀ ਜਾਣਗੇ ਕਿ ਅਸੀਂ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਹੇ ਹਾਂ, ਪਰ ਮਾਂ ਖੇਡ ਕਬੱਡੀ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਕਬੱਡੀ ਸਾਡੇ ਸਾਰਿਆਂ ਦੇ ਅੰਦਰ ਰਚੀ ਹੋਈ ਹੈ। ਅਸੀਂ ਚਾਹੇ ਕਬੱਡੀ ਨੂੰ ਦੇਖਦੇ ਹੋਈਏ, ਚਾਹੇ ਨਾ ਦੇਖਦੇ ਹੋਈਏ, ਪਰ ਜਦੋਂ ਪੰਜਾਬੀ ਕਿਸੇ ਦੇ ਵੀ ਸਾਹਮਣੇ ਗਰਾਊਂਡ ਦੇ ਵਿੱਚ ਕਬੱਡੀ ਪੈ ਰਹੀ ਆ, ਤਾਂ ਉਹਨੂੰ ਇੱਕ ਜੋਸ਼ ਜ਼ਰੂਰ ਚੜ੍ਹਦਾ ਗਾ। ਇਹ ਕਿਉਂਕਿ ਇਹ ਸਾਡੀ ਜਿਹੜਾ ਕਹਿੰਦੇ ਖੂਨ ਨਾਲ ਜੁੜੀ ਹੋਈ ਇੱਕ ਖੇਡ ਆ, ਇਹ ਸਾਡੀ ਵੀਰ ਜਿਹੜਾ ਰਸ ਦਾ ਇੱਕ ਪ੍ਰਤੀਕ ਜਿਹੜੀ ਖੇਡ ਹੈਗੀ ਆ। ਪਰ ਇਹਦੇ ਵਿੱਚ ਕੀ ਹੈ ਕਿ ਸਾਡੀ ਸਾਰਿਆਂ ਦੀ ਆਪਣੀ ਹਉਮੈ ਰਲੀ ਹੋਈ ਆ। ਸੁਖਬੀਰ ਸਿੰਘ ਬਾਦਲ ਨੇ ਵਰਲਡ ਕੱਪ ਕਰਵਾਉਣਾ ਸ਼ੁਰੂ ਕੀਤਾ, ਵਰਲਡ ਕੱਪ ਕਈ ਹੋਏ, ਉਸ ਤੋਂ ਬਾਅਦ ਕਹਿੰਦੇ ਵੀ ਕਬੱਡੀ ਜਿਹੜੀ ਹੈਗੀ ਆ ਇਹ ਲੱਖਾਂ ਕਰੋੜਾਂ ਦੀ ਹੋ ਗਈ, ਬਾਹਰ ਵੀ ਲੀਗਾਂ ਚੱਲੀਆਂ, ਸਾਰਾ ਕੁਛ। ਬਹੁਤ ਸਾਰੇ ਪਲੇਅਰਾਂ ਨੇ ਇਹ ਤੋਂ ਬੜਾ ਕੁਛ ਬਣਾਇਆ ਵੀ ਆ, ਅਤੇ ਬਹੁਤ ਸਾਰੇ ਪਲੇਅਰਾਂ ਨੇ ਗਵਾਇਆ ਵੀ। ਪਿਛਲੇ ਦਿਨਾਂ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਸੰਦੀਪ ਨੰਗਲ ਅੰਬੀਆਂ ਦੇ ਨਾਲ ਕੀ ਹੋਇਆ, ਹੋਰ ਵੀ ਖਿਡਾਰੀਆਂ ਦੇ ਬਾਹਰ ਗੋਲੀਬਾਰੀ ਚੱਲੀ, ਅਤੇ ਕਈ ਅੱਜ ਕਿੱਡੇ ਗੁਰਜੀਤ ਤੂਤ ਵਰਗੇ ਕਿੱਡੇ ਤਕੜੇ ਖਿਡਾਰੀ ਜਿਹੜੇ ਹੈਗੇ ਕਿ ਡਰੱਗ ਦੇ ਅਡਿਕਟਡ ਹੋ ਗਏ। ਸੋ ਉਹ ਵੀ ਜਿਹੜੀਆਂ ਕਹਾਣੀਆਂ ਨੇ, ਬਹੁਤ ਸਾਰੇ ਲੋਕ ਮਾਰੇ ਗਏ, ਬਹੁਤ ਸਾਰੇ ਗਰਾਊਂਡਾਂ ਦੇ ਵਿੱਚ ਵੀ ਨਜਾਇਜ਼ ਜਿਹੜੀ ਡਰੱਗ ਲੈ ਕੇ ਮਾਰੇ ਗਏ। ਹੁਣ ਗੱਲ ਫਿਰ ਉਹੀ ਕਿ ਗੱਲ ਆਪਾਂ ਸਾਰੇ ਸ਼ਹੇ ਦੀ ਕਰਦੇ ਹਾਂ, ਪੈਸੇ ਦੀ ਕੋਈ ਨਹੀਂ ਕਰਦਾ। ਕਿ ਕਬੱਡੀ ਦਾ ਸੈਂਟਰਲ ਵਿਧੀ ਵਿਧਾਨ ਕੋਈ ਨਹੀਂ ਹੈਗਾ। ਵਰਲਡ ਕੱਪ ਵੀ ਕਰਵਾ ਲਏ, ਵਿਦੇਸ਼ਾਂ ਦੇ ਵਿੱਚ ਵੀ ਵੱਡੇ ਕੱਪ ਹੋ ਗਏ, ਵੱਡੇ ਨਾਮ ਵੀ ਰੱਖਦੇ, ਟਰੈਕਟਰ ਵੀ ਦੇਤੇ, ਮੋਟਰਸਾਈਕਲਾਂ ਦੇ ਵੀ 100 ਕਈ ਖਿਡਾਰੀਆਂ ਨੇ ਜਿਹੜੇ ਜਿੱਤ ਲਏ ਹੈਗੇ ਆ। ਪਰ ਇਹਦਾ ਕੋਈ ਸੈਂਟਰਲ ਬੋਡੀ ਨਹੀਂ। ਕ੍ਰਿਕਟ ਦੀ ਵੀ BCCI ਤੋਂ ਲੈ ਕੇ ICCI, ਫੁੱਟਬਾਲ ਦੀ, ਵਾਲੀਬਾਲ ਦੀ, ਹਾਕੀ ਦੀ, ਸਾਰੀਆਂ ਦੀਆਂ ਨੈਸ਼ਨਲ ਅਤੇ ਜਿਹੜੀਆਂ ਇੰਟਰਨੈਸ਼ਨਲ ਬੋਡੀਜ਼ ਨੇ, ਅਤੇ ਉਹਨਾਂ ਦੇ ਆਪਣੇ ਰੂਲ ਨੇ, ਉਹਨਾਂ ਦੇ ਆਪਣੇ ਵਿਧੀ ਵਿਧਾਨ ਨੇ, ਉਹਨਾਂ ਦੇ ਆਪਣੇ ਡੈਲੀਗੇਟ ਨੇ, ਉਹਨਾਂ ਦੀ ਚੋਣ ਹੁੰਦੀ ਹੈ। ਹਾਂ, ਕਈ ਵਾਰੀ ਚੰਗੇ ਨਹੀਂ ਪ੍ਰਬੰਧਕ ਆਉਂਦੇ, ਪਰ ਫਿਰ ਵੀ ਉਹ ਰੂਲ ਅਤੇ ਨਿਯਮ ਮੁਤਾਬਕ ਜਿਹੜੀ ਹੈਗੀ ਆ ਕਿ ਉਹ ਖੇਡ
ਚੱਲਦੀ ਹੈਗੀ ਆ। ਪਰ ਸਾਡੇ ਇੱਥੇ ਕਬੱਡੀ 'ਚ ਕੁਛ ਨਹੀਂ ਚੱਲ ਰਿਹਾ। ਕਬੱਡੀ 'ਚ 4 ਜਣੇ ਇਕੱਠੇ ਹੋ ਕੇ ਆਪਣੀ ਫੈਡਰੇਸ਼ਨ ਬਣਾ ਕੇ ਆਪਣੇ ਰੂਲ ਜਿਹੜੇ ਬਣਾ ਦਿੰਦੇ ਆ। ਕਾਰੋਬਾਰੀ ਆਪਣੀ, ਜਿਵੇਂ ਮੈਂ ਪਹਿਲਾਂ ਕਿਹਾ ਕਿ ਆਪਣੀ ਹਉਮੈ ਨੂੰ ਪੱਠੇ ਜਿਹੜੇ ਪਾ ਰਹੇ ਆ, ਉਹ ਖਿਡਾਰੀਆਂ ਦਾ ਵੀ ਨੁਕਸਾਨ ਕਰ ਰਹੇ ਆ, ਉਹ ਕਬੱਡੀ ਦਾ ਵੀ ਨੁਕਸਾਨ ਕਰ ਰਹੇ ਹੈਗੇ। ਤੇ ਇਹਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਜਿੰਨਾ ਚਿਰ ਕਬੱਡੀ ਦਾ ਇੱਕ ਸੈਂਟਰਲ ਵਿਧੀ ਵਿਧਾਨ ਨਹੀਂ ਬਣਦਾ, ਇੱਕ ਕੌਮਾਂਤਰੀ ਫੈਡਰੇਸ਼ਨ ਨਹੀਂ ਬਣਦੀ, ਉਹਦੇ ਰੂਲ ਐਂਡ ਰੈਗੂਲੇਸ਼ਨ ਮੁਤਾਬਕ ਕੰਮ ਨਹੀਂ ਚੱਲਦਾ, ਉਹਨਾਂ ਚਿਰ ਇਹ ਰੌਲੇ ਪੈਂਦੇ ਰਹਿਣਗੇ। ਉਹਨਾਂ ਚਿਰ ਸਾਰਿਆਂ ਦੇ ਆਪੋ ਆਪਣੇ ਮੂੰਹ, ਆਪੋ ਆਪਣੇ ਰੂਲ, ਆਪੋ ਆਪਣੇ ਨਿਯਮਾਂ 'ਚ ਖਿਡਾਰੀ ਵੀ ਬਹੁਤ ਵੱਡੇ ਦੋਸ਼ੀ ਆ। ਖਿਡਾਰੀ ਵੀ ਕੀ ਹੈ ਕਿ ਜਦੋਂ ਕੋਈ ਫੈਡਰੇਸ਼ਨ ਜਾਂ ਜਦੋਂ ਕੋਈ ਕਲੱਬ ਡਰੱਗ ਦੀ ਗੱਲ ਕਰਦਾ, ਜਦੋਂ ਜਾਂ ਕਿਸੇ ਸਿਸਟਮ ਵਿੱਚ ਲਿਆਉਣ ਦੀ ਗੱਲ ਕਰਦਾ, ਉਹ ਦੂਜੇ ਬਾਈ ਜੀ ਨੂੰ ਜਾ ਕੇ ਕਹਿ ਦਿੰਦੇ ਆ ਕਿ ਬਾਈ ਜੀ ਆਪਾਂ ਇੱਕ ਨਵੀਂ ਫੈਡਰੇਸ਼ਨ ਬਣਾ ਲਈਏ, ਇੱਥੇ ਨਹੀਂ ਆਪਣਾ ਕੰਮ ਚੱਲਦਾ। ਤੇ ਉਹਦੇ ਵਿੱਚ ਉਹ 4 ਜਣੇ ਹਉਮੈ ਦੇ ਵਿੱਚ ਆਪਣੀ ਇੱਕ ਨਵੀਂ ਜਿਹੜੀ ਸੰਸਥਾ ਬਣਾ ਲੈਂਦੇ, ਆਪਣੇ ਨਵੇਂ ਰੂਲ ਕੱਢ ਲੈਂਦੇ ਹੈਗੇ। ਆਪਣੇ ਨਵੇਂ ਰੂਲਾਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਫਿਰ ਉਹੀ ਮਾਂ ਖੇਡ ਕਬੱਡੀ ਦਾ ਆਪਾਂ ਝਾਟਾ ਜਿਹੜਾ ਹੈਗਾ ਕਿ ਰੋਲ ਦਿੰਦੇ ਹੈਗੇ। ਤੇ ਇਹਦੇ ਲਈ ਪੰਜਾਬ ਸਰਕਾਰ ਇਨੀਸ਼ੀਏਟਿਵ ਲੈ ਸਕਦੀ ਹੈ। ਗੱਲ ਭਾਵੇਂ ਆਪਾਂ ਆਸਟ੍ਰੇਲੀਆ ਦੀ ਕਰ ਰਹੇ ਹਾਂ, ਪਰ ਕਿਉਂਕਿ ਕਬੱਡੀ ਦਾ ਜਿਵੇਂ ਕਹਿ ਦਈਏ ਮੱਕਾ ਕਹਿ ਲਈਏ, ਕਬੱਡੀ ਦੀ ਜਨਮ ਭੂਮੀ ਕਹਿ ਲਈਏ, ਉਹ ਪੰਜਾਬ ਦੀ ਧਰਤੀ ਆ। ਜੇ ਉੱਥੋਂ ਦੀ ਸਰਕਾਰ ਸਟ੍ਰਿਕਟਲੀ ਜਿਹੜਾ ਹੈਗਾ ਕਿ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ, ਜੇ ਉਹ ਚਾਹੁੰਦੇ ਨੇ ਖਾਸ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕਿ ਇਹ ਬਾਕੀ ਮਾਂ ਖੇਡ ਆ ਗਈ, ਤੇ ਉਹ ਖੁਦ ਵੀ ਵਰਲਡ ਕੱਪ ਦੇ ਉੱਤੇ ਜੁੜੇ ਰਹੇ ਆ, ਕਮੈਂਟਰੀ ਕਰਦੇ ਰਹੇ, ਖਿਡਾਰੀਆਂ ਨੂੰ ਚੰਗੀ ਤਰ੍ਹਾਂ ਵਾਕਿਫ ਨੇ, ਇਸ ਖੇਡ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਨੇ, ਜੇ ਵਾਕਈ ਉਹ ਇਹਨੂੰ ਮੁਹੱਬਤ ਕਰਦੇ ਆ ਤਾਂ ਉਹ ਵਿਧਾਨ ਸਭਾ ਦੇ ਵਿੱਚ ਲਾਅ ਲੈ ਕੇ ਆਉਣ। ਉੱਥੇ ਇੱਕ ਫੈਡਰੇਸ਼ਨ ਇੱਕ ਇੱਦਾਂ ਦੀ ਬਣੇ, ਇੱਕ ਸੰਸਥਾ ਇੱਦਾਂ ਦੀ ਬਣੇ ਕਿ ਜਿਹਦੇ ਨਾਲ ਖਿਡਾਰੀਆਂ ਦਾ ਰਜਿਸਟਰ ਹੋਣਾ ਜ਼ਰੂਰੀ ਹੈ, ਜਿਹਦੇ ਵਿੱਚ ਕੁਝ ਸਪੋਰਟਸ ਡਿਪਾਰਟਮੈਂਟ ਦੇ ਹੋਣ, ਕੁਝ ਪੁਰਾਣੇ ਖਿਡਾਰੀ ਹੋਣ, ਕੁਝ ਜਿਹੜੇ ਕਹਿ ਸਕਦੇ ਕਿ ਹੋਰ ਪ੍ਰਬੰਧਕ ਜਿਹੜੇ ਬਿਊਰੋਕ੍ਰੇਸੀ ਦੇ ਵਿੱਚ ਹੋਣ, ਤੇ ਕੁਝ ਜਿਹੜੇ ਆ ਕਲੱਬਾਂ ਚਲਾ ਰਹੇ ਆ, ਤੇ ਇਹਨਾਂ ਦੇ ਵਿੱਚੋਂ ਰਲ ਕੇ ਉਹ ਬਣਾਈ ਜਾਵੇ। ਇੱਕ ਰੂਲ ਬਣੇ ਜਿਹੜਾ ਕਿ ਵਰਲਡ ਵਾਈਡ ਚੱਲੇ, ਤੇ ਜਿਹੜਾ ਉਸ ਵਰਲਡ ਵਾਈਡ ਜਿਹੜਾ ਰੂਲ ਨੂੰ ਫਾਲੋ ਨਹੀਂ ਕਰਦਾ, ਖਿਡਾਰੀ ਜਿਹੜਾ ਉਹਦਾ ਮੈਂਬਰ ਨਹੀਂ ਬਣਦਾ ਹੈਗਾ, ਤੇ ਉਸ ਜਿਹੜਾ ਹੈਗਾ ਕਿ ਖਿਡਾਰੀ ਨੂੰ ਅੱਗੇ ਖੇਡਣ ਦੇ ਉੱਤੇ ਪਾਬੰਦੀ ਹੋਵੇ। ਇੱਕ ਜਿਹੜਾ ਕਹਿ ਸਕਦੇ ਕਿ ਸਰਕਾਰ ਵੱਲੋਂ ਜਾਂ ਜਿਹੜੀ ਉਹ ਫੈਡਰੇਸ਼ਨ ਬਣੇ, ਉਹਦੇ ਵੱਲੋਂ ਹੀ ਇੱਕ ਵਿਧੀ ਵਿਧਾਨ ਦਿੱਤਾ ਜਾਵੇ ਵੀ ਭਾਈ ਆਹੀ ਤੁਸੀਂ ਜਿਹੜੇ ਸਪਲੀਮੈਂਟਸ ਖਾ ਸਕਦੇ ਆ, ਆਹੀ ਜਿਹੜੇ ਖਾ ਸਕਦੇ ਆ, ਤਾਂ ਕਿ ਸਾਰੇ ਖਿਡਾਰੀ ਇੱਕੋ ਜੀ ਸਟਰੈਂਥ ਦੇ ਨਾਲ ਖੇਡਣ। ਤੇ ਜਿਹੜਾ ਡਰੱਗ ਵਾਲਾ ਕੰਮ ਆ, ਜਿਹੜਾ ਨਸ਼ਿਆਂ ਵਾਲਾ ਕੰਮ ਆ, ਜਿਹੜੀ ਆਪਾਂ ਪਿਛਲੇ ਸਮੇਂ ਦੌਰਾਨ ਗਰਾਊਂਡ ਦੇ ਵਿੱਚ ਹੁੰਦੀਆਂ ਮੌਤਾਂ ਵੀ ਦੇਖੀਆਂ, ਉਹਨੂੰ ਵੀ ਜਿਹੜੀ ਕਿ ਠੱਲ ਪਾਈ ਜਾ ਸਕੇ। ਤੇ ਜਿਹੜਾ ਗੈਂਗਸਟਰਾਂ ਦੀ ਇਨਵੋਲਵਮੈਂਟ ਆ ਤਾਂ ਉਹ ਵੀ ਜਿਹੜੀ ਹੈਗੀ ਘਟੇ, ਤਾਂ ਕਿ ਜਿਹੜੇ ਜੇਲ੍ਹਾਂ ਵਿੱਚੋਂ ਫੋਨ ਆਉਂਦੇ ਆ, ਖਿਡਾਰੀਆਂ ਨੂੰ ਰੋਕਿਆ ਜਾਂਦਾ, ਖੜਾਇਆ ਜਾਂਦਾ, ਉਹ ਵੀ ਜਿਹੜੇ ਕਿ ਇਹਦੇ ਤਹਿਤ ਜਿਹੜੇ ਕਿ ਬੰਦ ਹੋਣ। ਇਹ ਸਾਰਾ ਪੰਜਾਬ ਸਰਕਾਰ ਦੇ ਇਨੀਸ਼ੀਏਟਿਵ ਦੇ ਉੱਤੇ ਹੀ ਸਾਰਾ ਜਿਹੜਾ ਕੁਝ ਹੋ ਸਕਦਾ ਹੈਗਾ। ਨਹੀਂ ਤਾਂ ਅਦਰਵਾਈਜ਼ ਇਹ ਅੱਜ ਰੌਲਾ ਪੈ ਗਿਆ, ਇਹ ਅਗਲੇ ਸਾਲ ਵੀ ਰੌਲਾ ਪਊਗਾ। ਇਹ ਹੁਣ 36ਵੀਆਂ ਖੇਡਾਂ ਹੋਣਗੀਆਂ, ਜੋ 46ਵੀਆਂ ਹੋਊਗੀ ਉਦੋਂ ਵੀ ਇਸੇ ਤਰੀਕੇ ਦਾ ਕੁੱਤ ਕਲੇਸ਼ ਹੀ ਜਿਹੜਾ ਕਿ ਚੱਲੂਗਾ। ਹੋਰ ਮੁਲਕਾਂ 'ਚ ਵੀ ਚੱਲੂਗਾ, ਪੰਜਾਬ ਦੇ ਵਿੱਚ ਵੀ ਚੱਲੂਗਾ। ਹੁਣ ਜਦੋਂ ਰੂਲ ਐਂਡ ਰੈਗੂਲੇਸ਼ਨ ਹੋਊਗਾ ਤਾਂ ਜਿਹੜਾ ਕਹਿ ਸਕਦੇ ਖਿਡਾਰੀਆਂ ਦੀ ਕੈਟਾਗਰੀ ਵੀ ਬਣੂਗੀ। ਜੋ ਕੈਟਾਗਰੀ ਬਣੂਗੀ ਤਾਂ ਉਹਦੇ ਮੁਤਾਬਕ ਰੇਟ ਵੀ ਬਣਨਗੇ, ਖਿਡਾਰੀ ਕਿਸ ਤਰੀਕੇ ਨਾਲ ਉਹਨੇ ਪਾਰਟੀਸਪੇਟ ਕਰਨਾ। ਗਰਾਊਂਡ ਜੇ ਕਿਸੇ ਨੇ ਟੂਰਨਾਮੈਂਟ ਕਰਾਉਣਾ ਖਾਸ ਤੌਰ 'ਤੇ ਪੰਜਾਬ ਦੇ ਪਿੰਡਾਂ 'ਚ ਜਾਂ ਬਾਹਰ, ਤਾਂ ਉਹਦੀ ਇੰਸ਼ੋਰੈਂਸ ਵੀ ਹੋਵੇ। ਉਹ ਵੀ ਸਾਰਾ ਕੁਝ ਇੱਕ ਬਾਡੀ ਦੀ ਤਰ੍ਹਾਂ ਜਿਹੜਾ ਕਿ ਕੰਮ ਹੋਵੇ। ਤੇ ਜਿਹੜਾ ਬਾਈ ਜੀ ਵਾਲਾ ਜਿਹੜਾ ਕਲਚਰ ਆ, ਇਹ ਜਦੋਂ ਜਾਂ ਭਾਜੀ ਵਾਲੇ ਕਲਚਰ ਤੋਂ ਕਬੱਡੀ ਮੁਕਤ ਹੋਊਗੀ, ਕਬੱਡੀ ਦਾ ਉਦੋਂ ਹੀ ਕੁਛ ਨਾ ਕੁਛ ਸਬਰ ਸਕਦਾ। ਨਹੀਂ ਤਾਂ ਇਹ ਰੌਲੇ, ਇਹ ਮੌਤਾਂ, ਇਹ ਗੈਂਗਸਟਰ, ਇਹ ਜਿਹੜਾ ਕਹਿ ਸਕਦੇ ਆਪਸੀ ਲੜਾਈਆਂ, ਇਹ ਇਸੇ ਤਰੀਕੇ ਨਾਲ ਹੀ ਚੱਲਦੀਆਂ ਰਹਿਣਗੀਆਂ। ਇਹਦੇ ਬਾਬਤ ਗੱਲ ਤੁਰਨੀ ਚਾਹੀਦੀ ਆ, ਇਹ ਗੱਲ ਚੱਲਣੀ ਚਾਹੀਦੀ ਆ। ਨਹੀਂ ਤਾਂ ਅਸੀਂ ਆਪੋ ਆਪਣੀਆਂ ਗੱਲਾਂ ਕਰਕੇ ਅੱਗੇ ਤੁਰਦੇ ਹੋਵਾਂਗੇ ਤੇ ਫਿਰ ਪਿੱਛੇ ਜਿਹੜਾ ਕਹਿੰਦੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿਣਾ ਹੈਗਾ। ਸੋ ਇਹਨਾਂ ਸ਼ਬਦਾਂ ਨਾਲ ਅਸੀਂ ਹੋਰ ਨੁਕਤਾ ਲੈ ਕੇ ਵੀ ਹਾਜ਼ਰ ਹੋਵਾਂਗੇ। ਨੁਕਤੇ ਇਸ ਤਰੀਕੇ ਨਾਲ ਹੀ ਚੱਲਦੇ ਰਹਿਣਗੇ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।